ਗੁਰ ਪੂਰਨ ਨਾਰਾਇਣ ਹੈ, ਗੁਰ ਦਇਆਲ ਸਮਰੱਥ ਗੁਰ, ਗੁਰ ਨਾਨਕ ਪਤਿਤ ਉਦਾਹਰਣ ਹੈ। ਅਤਾ ਬਖਸ਼ਿਓ ਪਾਕ ਪਰਵਰਦਿਗਾਰ, ਰਹੀਮਸਤ ਰੋਜ਼ੀ ਦਿਓ ਹਰ ਦਇਆਰ। ਨਾ ਸਾਜ਼ੋ ਨਾ ਬਾਜ਼ੋ ਨਾ ਫੌਜੋ ਨਾ ਫਰਸ਼, ਖੁਦਾਵੰਦ ਬਖਸ਼ਿੰਦ ਐਸ਼ ਅਰਸ਼। ਚਵਰ ਛਤਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਸੱਜ ਬੈਠੀ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਦੀ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਸ਼੍ਰੀ ਬੰਗਲਾ ਸਾਹਿਬ ਦਿੱਲੀ ਵਿਖੇ ਆਪ ਸਰਬੱਤ ਸੰਗਤਾਂ ਹਾਜ਼ਰੀਨ ਹੋ। ਬੜੀ ਸਹਿਜਤਾ ਦੇ ਨਾਲ ਗੁਰੂ ਕੇ ਵਜ਼ੀਰ ਸਾਹਿਬ ਨੇ ਆਪ ਸੰਗਤ ਨੂੰ ਤੁਰਕੀ ਬਾਣੀ ਦਾ ਫਰਮਾਨ ਸਰਵਣ ਕਰਵਾਇਆ ਹੈ। ਆਓ ਇਸ ਅਗੰਮੀ ਫਰਮਾਨ ਦੀ ਵਿਆਖਿਆ ਦੇ ਨਾਲ ਜੁੜ ਕੇ ਆਪਣੇ ਸਮੇਂ ਨੂੰ, ਜੀਵਨ ਨੂੰ ਸਫਲਾ ਕਰੀਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਰ ਪ੍ਰਭ ਸੱਚਾ ਸੋਹਿਲਾ, ਗੁਰਮੁਖ ਨਾਮ ਗੋਵਿੰਦ। ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਇਹ ਪਾਵਨ ਬਾਣੀ ਹੈ। ਸ਼ਲੋਕ 12 ਤੇ ਵਧੇਕ ਦੇ ਵਿੱਚ ਇਹ ਜਿਹੜਾ ਪਾਵਨ ਫਰਮਾਨ ਹੈ 1421 ਅੰਗ ਉੱਪਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ। ਅਕਾਲ ਪੁਰਖ ਦੇ ਚੌਥੇ ਸਰਗੁਣ ਸਰੂਪ ਚੌਥੇ ਗੁਰੂ ਨਾਨਕ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ, ਜਿਨ੍ਹਾਂ ਦੀ ਅਗੰਮੀ ਵਡਿਆਈ ਕਹਿਣੀ ਅਤੇ ਕਥਨੀ ਤੋਂ ਬਾਹਰ ਹੈ, ਲੋਕਾਈ ਨੂੰ ਤਾਰਨੇ ਲਈ ਇਹ ਬਾਣੀ ਪ੍ਰਗਟ ਕਰਦੇ ਨੇ। ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਗੁਰੂ ਰਾਮਦਾਸ ਮਹਾਰਾਜ ਜੀ ਦੀ ਅਗੰਮੀ ਵਡਿਆਈ ਦਰਜ ਹੈ। ਧੰਨ ਧੰਨ ਰਾਮਦਾਸ ਗੁਰ, ਜਿਨ ਸਿਰਿਆ ਤਨੈ ਸਵਾਰਿਆ। ਪਰਮਾਤਮਾ ਨੇ ਆਪਣੇ ਵਸੇਬੇ ਦੇ ਲਈ ਆਪਣੇ ਲਈ ਇੱਕ ਖਾਸ ਪਾਕ ਸਰੀਰ ਤਿਆਰ ਕੀਤਾ, ਜਿਸ ਨੂੰ ਬੜੀ ਰੀਝ ਦੇ ਨਾਲ ਸਵਾਰਨਾ ਕੀਤਾ, ਸ਼ਿੰਗਾਰਨਾ ਕੀਤਾ। ਫਿਰ ਬਾਣੀ ਕਹਿੰਦੀ ਹੈ, ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੈ,
ਧਾਰਿਆ ਉਸ ਸਰੀਰ ਨੂੰ ਆਪ ਧਾਰਨਾ ਕੀਤਾ, ਸਮੁੱਚੀ ਅਜ਼ਮਤ ਦੇ ਸਹਿਤ ਉੱਥੇ ਟਿਕਣਾ ਕੀਤਾ। ਉਸ ਸਰੀਰ ਦਾ ਨਾਮ ਗੁਰੂ ਰਾਮਦਾਸ ਹੈ ਔਰ ਲੋਕਾਈ ਨੇ ਜਿਸ ਤਰ੍ਹਾਂ ਅਦਬ ਤੇ ਸਤਿਕਾਰ ਕੀਤਾ ਉਹ ਵੀ ਬਾਣੀ ਵਿੱਚ ਦਰਜ ਹੈ। ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ। ਸਭ ਨੇ ਗੁਰੂ ਰਾਮਦਾਸ ਜੀ ਨੂੰ ਪ੍ਰਮਾਤਮਾ ਦਾ ਸਰਗੁਣ ਸਰੂਪ ਸਮਝ ਕੇ ਨਮਸਕਾਰ ਕੀਤੀ। ਅਟਲ ਅਥਾਹ ਅਤੋਲ ਤੂੰ ਤੇਰਾ ਅੰਤ ਨਾ ਪਾਰਾ ਵਾਰਿਆ। ਸਿਰ ਝੁਕਾ ਕੇ ਲੋਕਾਈ ਦੇ ਗਲੂਏ ਚੋਂ ਇਹ ਬੋਲ ਨਿਕਲਦੇ ਸਨ, ਐ ਗੁਰੂ ਰਾਮਦਾਸ ਤੂੰ ਅਟਲ ਹੈ, ਤੂੰ ਅਥਾਹ ਹੈ, ਤੂੰ ਅਤੋਲ ਹੈ। ਕੰਪੈਰੇਟਿਵਲੀ ਤੇਰੇ ਤੁਲ ਦੁਨੀਆ ਤੇ ਕੋਈ ਹੋਰ ਹਸਤੀ ਨਹੀਂ ਹੈ, ਤੇਰਾ ਅੰਤ ਕੋਈ ਪਾ ਨਹੀਂ ਸਕਦਾ। ਜਿਨੀ ਤੂੰ ਸੇਵਿਆ ਭਾਉ ਕਰ, ਸੇ ਤੁਧ ਪਾਰ ਉਤਾਰਿਆ। ਜਿੰਨਾ ਵੀ ਤੇਰੀ ਸੇਵਾ ਕੀਤੀ ਹੈ ਪ੍ਰੇਮ ਦੇ ਨਾਲ, ਭਾਵਨਾ ਦੇ ਨਾਲ, ਉਹ ਰੋਗਾਂ ਤੋਂ, ਸੋਗਾਂ ਤੋਂ, 84 ਲੱਖ ਜੂਨਾਂ ਤੋਂ, ਸੰਸਾਰ ਸਾਗਰ ਤੋਂ ਤੂੰ ਪਾਰ ਉਤਾਰੇ ਨੇ। ਤੂੰ ਨਜ਼ਾਤ ਬਖਸ਼ਣ ਵਾਲਾ ਹੈ। ਤੇਰੇ ਬੋਲ ਜਿਨੇ ਸੁਣ ਲਏ, ਤੇਰੇ ਦੀਦਾਰੇ ਜਿਸਨੇ ਕਰ ਲਏ, ਤੇਰੀ ਸੇਵਾ ਜਿਨੇ ਕਰ ਲਈ, ਤੇਰਾ ਨਾਮ ਜਿਨੇ ਜਪ ਲਿਆ, ਉਹ ਮੁਕਤੀ ਹਾਸਲ ਕਰ ਗਿਆ। ਭਾਈ ਸਾਹਿਬ ਭਾਈ ਨੰਦ ਲਾਲ ਸ੍ਰੀ ਗੁਰੂ ਰਾਮਦਾਸ ਦੀ ਵਡਿਆਈ ਕਰਦੇ ਹੋਏ ਫਾਰਸੀ ਵਿੱਚ ਬਚਨ ਕਹਿੰਦੇ ਨੇ, ਜੇ ਤੌਸੀਫਿਓ ਸੁਲਸ ਕਾਸਿਰ ਜ਼ਬਾਂ ਅਜ਼ੋਰਬਾ ਹਮ ਸੁਦਸ ਗੌਹਰ ਫਿਸ਼ਾਂ। ਕਹਿੰਦੇ ਹੈ ਗੁਰੂ ਰਾਮਦਾਸ ਸੁਲਸ ਤੋਂ ਭਾਵ ਹੈ ਤਿੰਨ ਤਰ੍ਹਾਂ ਦੀ ਦੁਨੀਆ ਤੇ ਜ਼ੁਬਾਨ ਹੈ। ਤੇਰੇ ਗੀਤ ਗਾ ਕੇ ਤੇਰਾ ਅੰਤ ਪਾਉਣ ਵਿੱਚ ਜੋ ਅਸਮਰੱਥ ਹੈ। ਤਿੰਨ ਤਰ੍ਹਾਂ ਦੀ ਜ਼ੁਬਾਨ ਕਿਹੜੀ ਹੈ? ਪੈਦਾਇਸ਼ ਕਿਹੜੀ ਹੈ? ਜਮਾਤਤ ਭਾਵ ਪੱਥਰ ਆਦਿਕ ਜੜ ਜਿਹੜੇ ਨੇ, ਨਬਾਤਤ ਉਗਣ ਵਾਲੀ ਵਨਸਪਤੀ ਜਿਹੜੀ ਆ, ਹੈਵਾਨਤ ਜੇਰ ਚੋਂ ਪੈਦਾ ਹੋਣ ਵਾਲੇ ਪਸ਼ੂ ਮਨੁੱਖ ਆਦਿਕ, ਇਹ ਅਸਮਰੱਥ ਨੇ, ਤੇਰਾ ਅੰਤ ਨਹੀਂ ਪਾ ਸਕਦੇ। ਦੂਸਰਾ ਅਰਥ ਹੈ ਤਿੰਨ ਦੇਵਤੇ ਸ਼ਿਵ ਬ੍ਰਹਮ ਮਹੇਸ਼ ਤੇਰਾ ਅੰਤ ਨਹੀਂ ਪਾ ਸਕਦੇ। ਤੀਸਰਾ ਭਾਵ ਹੈ ਤੁਹਾਡੀ ਜਿਹੜੀ ਸਿਫਤ ਹੈ, ਤਿੰਨ ਲੋਕ, ਇੰਦਰ ਲੋਕ, ਸ਼ਿਵ ਲੋਕ, ਬ੍ਰਹਮ ਲੋਕ, ਇਹਨਾਂ ਦੇ ਵਾਸੀ ਨਹੀਂ ਪਾ ਸਕਦੇ। ਜਿਵੇਂ ਬਾਣੀ ਚਾਹੁੰਦਾ ਹੈ ਨਾ, ਫੁਨ ਜਾਣੈ ਕੋ ਤੇਰਾ ਅਪਾਰ, ਨਿਰਭਉ ਨਿਰੰਕਾਰ, ਅਕਥ ਕਥਨਹਾਰ, ਤੁਝ ਹੈ ਬੁਝਾਹੀ ਹੈ। ਤੇਰਾ ਅੰਤ ਪਾਉਣ ਵਾਲਾ ਕੋਈ ਪੈਦਾ ਨਹੀਂ ਹੋਇਆ। ਅਗਲੇ ਅਲਫਾਜ਼ਾਂ ਵਿੱਚ ਭਾਈ ਨੰਦ ਲਾਲ ਇੱਕ ਲਫ਼ਜ਼ ਵਰਤਦੇ ਨੇ, ਰੁਬਾ। ਫਾਰਸੀ ਵਿੱਚ ਚਾਰ ਨੂੰ ਕਹਿੰਦੇ ਨੇ, ਚਾਰ ਵੇਦ ਨੇ ਔਰ 6 ਸ਼ਾਸਤਰ ਨੇ। ਸੁਦਸ 6 ਨੂੰ ਕਿਹਾ ਹੈ। ਇਹ ਤੇਰੇ ਤੋਂ ਮੋਤੀ ਵਾਰਨੇ ਵਾਲੇ ਨੇ, ਭਾਵ ਇਹਨਾਂ ਵੇਦਾਂ ਸ਼ਾਸਤਰਾਂ ਵਿੱਚ ਜਿਸ ਨਿਰਗੁਣ ਅਕਾਲ ਪੁਰਖ ਦੀ ਵਡਿਆਈ ਹੈ, ਉਹੀ ਗੁਰੂ ਰਾਮਦਾਸ ਬਣ ਕੇ ਦੁਨੀਆ ਤੇ ਆਇਆ ਹੈ। ਮਹਾਰਾਜ ਬਾਣੀ ਦੇ ਵਿੱਚ ਇਹ ਗੱਲ ਕਹਿੰਦੇ ਨੇ, ਗੁਰੂ ਗੁਰ ਗੁਰੂ ਗੁਰ, ਗੁਰੂ ਜਪ ਮਨ ਰੇ, ਜਾ ਕੀ ਸੇਵ ਸਿਵ ਸਿੱਧ ਸਾਧਕ, ਸੁਰ ਆਸੁਰ ਗਣ, ਤਰਹਿ 33 ਗੁਰ ਬਚਨ ਸੁਣ ਕੰਨ ਰੇ। ਇਹ ਸਭ 6 ਸ਼ਾਸਤਰ, 4 ਵੇਦ
देवते महात्मा ऐ परमेश्वर तेरी सेवा करते ने। ऐ गुरु रामदास तेरे गीत गाउंदे ने, तेरे बचन जहन विच टिकाउंदे ने, बचन सुनते ने, मुक्ति पाउंदे ने। आओ आपां भी रोगां सोगां तो मुक्ति पाउण लई गुरु रामदास दे अगमी बचनां नाल जुड़िए। महाराज इत्थे हुक्म करदे ने, हर प्रभ सच्चा सोहेला, गुरमुख नाम गोविंद। हर तो भाव है जो हर लैंदा है तुहाडे रोग सोग दुख कलेश, तुहाडा ज्ञान हर लैंदा है। तुहानू अज्ञान तो बचा के ज्ञान बख्श दिंदा है। पाप हरने वाला जो परम ईश्वर है। प्रभ तो भाव है ओदी प्रभता बड़ी है, ओदी वडियाई बड़ी है, ओदी जय जयकार बड़ी है। वो सबना दा मालक है, वो सच्चा है, वो सत्यवादी है, तिन्ना कालां विच है, पिछे भी सी अज भी है, असी नाम ही रहे अगां रवेगा। सोहला कहंदे ने जो खुशी दे गीत गाउने ने। ऐ परम ईश्वर तेरे नाम दे जेड़े गीत ने वो असल सोहले ने, भाव सच्चे ने, सदीवी रहन वाले ने। तेरा नाम सदा रहन वाला है। एक गुरमुखा ने जानना कीता है, ये सतपुरुषां ने जहन विच गल नूं समझना कीता है भी तेरा नाम ही सदा कायम है, तू सदा रहन वाला है। तेरा नाम ही खुशी बख्शदा है। दूसरा अर्थ है जिन्ना गुरमुखा ने नाम जपिया है, प्रभु दे गीत गाए ने, सच्चा सोहेला उन्हां दा दुनिया ते जेड़ा जस है वो सच्चा है। वो महापुरुष भी नाम करके अमर हो जाते ने, उन्हां दी जय जयकार दुनिया ते रहिंदी है। बाणी विच एक जगह होर आउंदा है, नानक सच्चा सोहेला, सच्ची सच बाणी सबदे ही सुख होई। अकाल पुरख दे नाम दे सोहले गीत जिन्हां ने गाए ने, उन्हां नूं शब्द दा अभ्यास करके गीत गा के सदा ही सुख मिलिया है। अगे गुरु रामदास पातशाह कहंदे ने, अन दिन नाम सलाहना, हर जपया मन आनंद। गुरमुख प्यारे अन दिन तो भाव है प्रतिदिन, हर रोज, निरंतर। ऐ अकाल पुरख तेरा नाम जपदे ने। इत्थे दिन रात नाम जपण दी ताकीद भी सानू कीती गई है। कई कमले बंदे कह दिंदे नाम जपना तोता रटन है। हुण महाराज इत्थे कह रहे ने भी ये रटन करना ही पैना है। नाम जपे तो बिना आनंद नहीं मिलेगा, शांति नहीं मिलेगी, टिका नहीं मिलेगा। अगर चाहते हो जीवन विच आनंद बनिया रवे ते महाराज कहंदे दिन रात नाम जपो, परमात्मा दी सलोता करया करो, चैंटिंग द प्रेज ऑफ द लॉर्ड। जिवें जिवें उहदे गीत गाओगे, नाम अभ्यास करोगे, तिवें तिवें महाराज कहंदे तुहानू खुशियां मिलणगियां, तुहाडे जीवन दे विच आनंद होवेगा। परमात्मा दी तारीफ करो, परमात्मा दी उस्तत करो, परमात्मा दे नाम नू जपिया करो, परमात्मा दे नाम नू सिमरिया करो। सदीवी जीवन दे विच खुशियां खेड़े तुहाडे आ जाणगे। जप मन सतनाम, सदा सतनाम, हलत पलत मुख उजल होई है। नित ध्याये हर पुरख निरंजना। महाराज ते इत्थे कहंदे ने सच्चे नाम नू सदा ही जपिया कर।
महाराज फिर की मिलेगा सानू? कहंदे इस लोक विच भी खुशी मिलेगी, ये लोक तेरा सौर जाएगा। ਇਹਦੇ ਤੋਂ ਅਗਾਂਹ ਜੋ ਪਰਲੋਕ ਹੈ ਉੱਥੇ ਵੀ ਤੇਰੀ ਜੈ ਜੈਕਾਰ ਹੋਵੇਗੀ। ਬਿਯੋਂਡ ਦਿਸ ਵਰਲਡ, ਇਸ ਦੁਨੀਆ ਤੋਂ ਅੱਗੇ ਜੋ ਸੱਚਖੰਡ ਹੈ, ਜੋ ਪਰਲੋਕ ਹੈ, ਦਰਗਾਹ ਦੇ ਵਿੱਚ ਵੀ ਮਹਾਰਾਜ ਕਹਿੰਦੇ ਨੇ ਤੇਰਾ ਮੁਖ ਉਜਲ ਹੋਵੇਗਾ, ਤੇਰੀ ਚਮਕ ਬਣੀ ਰਹੇਗੀ, ਤੈਨੂੰ ਆਨੰਦ ਸਦਾ ਹੀ ਪ੍ਰਾਪਤ ਹੋਵੇਗਾ। ਚਾਹੇ ਲੋਕ ਹੈ ਚਾਹੇ ਪਰਲੋਕ ਹੈ, ਇੱਥੇ ਵੀ ਖੁਸ਼ੀਆਂ ਖੇੜੇ, ਪਰਲੋਕ ਵਿੱਚ ਵੀ ਜਮਾ ਦੀ ਮਾਰ ਤੋਂ ਬਚੇਗਾ, ਆਨੰਦ ਲਵੇਂਗਾ, ਸੱਚਖੰਡ ਪ੍ਰਵੇਸ਼ ਮਿਲੇਗਾ, ਦੁੱਖਾਂ ਤੋਂ ਨਿਜਾਤ ਮਿਲੇਗੀ। ਕਈ ਵਾਰ ਆਪਾਂ ਸਹਿ ਸੁਭਾਅ ਹੀ ਕਿਸੇ ਨਾ ਕਿਸੇ ਸੱਜਣ ਮਿੱਤਰ ਨੂੰ ਪੁੱਛ ਲੈਂਦੇ ਆ ਵੀ ਬਾਣੀ ਪੜ੍ਹਦੇ ਹੋ, ਤੇ ਉਹ ਜਵਾਬ ਦੇਵੇਗਾ ਜੀ ਬਾਣੀ ਤੇ ਪੜ੍ਹਦੇ ਹਾਂ, ਸ਼ੁਰੂ ਕਰਦੇ ਹਾਂ, ਕੁਝ ਦਿਨ ਨਾਮ ਦਾ ਅਭਿਆਸ ਵੀ ਕਰੀਦਾ, ਫਿਰ ਮਨ ਉਚਾਟ ਹੋ ਜਾਂਦਾ ਹੈ, ਆਲਸ ਆ ਜਾਂਦਾ ਹੈ, ਜੋ ਰਸ ਜੋ ਆਨੰਦ ਆਉਣਾ ਚਾਹੀਦਾ ਹੈ ਉਹ ਆਉਂਦਾ ਨਹੀਂ ਹੈ। ਪਰ ਬਾਣੀ ਵਿੱਚ ਜਗ੍ਹਾ ਜਗ੍ਹਾ ਲਿਖਿਆ ਹੈ ਬਾਣੀ ਆਨੰਦ ਬਖਸ਼ਦੀ ਹੈ, ਖੇੜਾ ਬਖਸ਼ਦੀ ਹੈ, ਸਾਨੂੰ ਤੇ ਜੀ ਆਨੰਦ ਆਇਆ ਹੀ ਨਹੀਂ। ਵਿਦਵਾਨ ਪੁਰਸ਼ ਸਮਝਾਉਂਦੇ ਨੇ ਵੀ ਦੇਖੋ ਜਦੋਂ ਕੱਪੜਾ ਮੈਲਾ ਹੁੰਦਾ ਹੈ ਨਾ, ਉਹਨੂੰ ਧੋਣ ਦੇ ਲਈ ਤੁਸੀਂ ਪਾਕ ਤੇ ਸਾਫ਼ ਕਰਨ ਦੇ ਲਈ ਸਾਬਣ ਮਲਦੇ ਹੋ। ਜਦੋਂ ਪਾਣੀ ਵਿੱਚ ਸਿੰਚ ਕੇ ਉਸਨੂੰ ਸਾਬਣ ਲਾਇਆ ਜਾਂਦਾ ਹੈ ਤੇ ਉਹਦੀ ਹਾਲਤ ਅੱਗੇ ਨਾਲੋਂ ਵੀ ਭੱਦੀ ਲੱਗਦੀ ਹੈ, ਉਹ ਹੋਰ ਮੈਲਾ ਜਾਪਦਾ ਹੈ, ਤੇ ਉਹ ਦੇਖ ਕੇ ਘਬਰਾ ਜਾਈਦਾ ਵੀ ਕਦੋਂ ਨਿਖਾਰ ਆਵੇਗਾ, ਕਿੰਨੀ ਮੁਸ਼ੱਕਤ ਘਾਲਣੀ ਪਵੇਗੀ, ਵਾਰ-ਵਾਰ ਇਹਨੂੰ ਧੋ ਰਹੇ ਹਾਂ ਪਰ ਨਿਖਾਰ ਨਹੀਂ ਆ ਰਿਹਾ, ਉਜਲ ਨਹੀਂ ਹੋ ਰਿਹਾ। ਤੇ ਬੰਦਾ ਅੱਕ ਕੇ ਉਸ ਕੱਪੜੇ ਨੂੰ ਸੁੱਟ ਦਿੰਦਾ ਹੈ। ਉਹ ਕੱਪੜਾ ਵੀ ਗਿਆ, ਲਿਬਾਸ ਵੀ ਗਿਆ, ਤੇ ਮਿਹਨਤ ਕੀਤੀ, ਮੁਸ਼ੱਕਤ ਘਾਲੀ ਵੀ ਅਜਾਈ ਚਲੀ ਗਈ। ਸਤਿਪੁਰਸ਼ ਫਿਰ ਉੱਥੇ ਸਿੱਖਿਆ ਦਿੰਦੇ ਨੇ, ਭਾਈ ਦੇਖ, ਕੱਪੜੇ ਨੂੰ ਵਾਰ-ਵਾਰ ਧੋਣ ਦੀ ਕੋਸ਼ਿਸ਼ ਕਰ, ਮੁੱਕੀਆਂ ਮਾਰ-ਮਾਰ ਕੇ ਧੋਣਾ ਕਰ, ਸਾਫ਼ ਪਾਣੀ ਦੇ ਨਾਲ ਧੋਣਾ ਕਰ, ਵਾਰ-ਵਾਰ ਧੋਵੇਂਗਾ ਤੇ ਕੱਪੜੇ ਚੋਂ ਇਹ ਜਿਹੜੀ ਮੈਲ ਹੈ ਨਿਕਲ ਜਾਵੇਗੀ, ਖੁੰਭ ਵਾਂਗੂ ਕੱਪੜਾ ਚਿੱਟਾ ਨਿਕਲ ਆਵੇਗਾ। ਸੋ ਇਸੇ ਤਰ੍ਹਾਂ ਜਦੋਂ ਅਸੀਂ ਬਾਣੀ ਦਾ ਅਭਿਆਸ ਸ਼ੁਰੂ ਕਰਦੇ ਹਾਂ, ਮੈਲ ਉਤਰਨੀ ਸ਼ੁਰੂ ਹੁੰਦੀ ਹੈ। ਸ਼ੁਰੂ ਵਿੱਚ ਚਿੱਤ ਬੜਾ ਮੈਲਾ ਜਾਪਦਾ ਹੈ, ਮਨ ਨਹੀਂ ਟਿਕਦਾ। ਅਸੀਂ ਬਾਣੀ ਪੜ੍ਹਨ ਦੀ ਬਜਾਏ, ਅਭਿਆਸ ਜਾਰੀ ਰੱਖਣ ਦੀ ਬਜਾਏ ਬਾਣੀ ਪੜ੍ਹਨੀ ਛੱਡ ਦਿੰਦੇ ਆ। ਕਾਰਨ ਇਹ ਹੈ ਵੀ ਜਿਹੜੇ ਸਾਡੇ ਕੀਤੇ ਹੋਏ ਮਾੜੇ ਕਰਮ ਨੇ, ਜਿਨ੍ਹਾਂ ਨੇ ਲੰਬੇਰੇ ਸਮੇਂ ਤੋਂ ਹਿਰਦੇ ਦੀ ਸੇਜਾ ਮੱਲੀ ਹੋਈ ਹੈ, ਉਹ ਤਖਤ ਛੱਡਣਾ ਨਹੀਂ ਚਾਹੁੰਦੇ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਜਦੋਂ ਬਾਣੀ ਵਾਲੇ ਪਾਸੇ ਲੱਗਦੇ ਹਾਂ, ਉਹਨਾਂ ਨੂੰ ਜਾਪਦਾ ਹੈ ਵੀ ਸਾਡਾ ਰਾਜ ਭਾਗ ਜਾਂਦਾ ਰਹੇਗਾ, ਸਾਡੇ ਰਾਜ ਵਿੱਚੋਂ, ਸਾਡੇ ਜ਼ੋਰ ਵਿੱਚੋਂ ਇਹ ਮਨ ਛੁੱਟ ਜਾਵੇਗਾ। ਤੋ ਪਕੜ ਬਣਾਉਂਦੇ ਨੇ ਸਾਡੇ ਤੇ, ਜ਼ੋਰ ਹੋਰ ਪਾਉਂਦੇ ਨੇ, ਅਸੀਂ ਘਬਰਾ ਜਾਂਦੇ ਹਾਂ, ਉਦਮ ਕਰਨਾ ਛੱਡ ਦਿੰਦੇ ਹਾਂ। ਇੱਥੇ ਯਾਦ ਰੱਖਿਓ, ਵਾਰ-ਵਾਰ ਬਾਣੀ ਪੜ੍ਹਨੀ ਪਵੇਗੀ, ਅਭਿਆਸ ਕਰਨਾ ਪਵੇਗਾ। ਇੱਕ ਨਾ ਇੱਕ ਦਿਨ ਜਿਹੜੀ ਮੈਲ ਹੈ ਕੱਪੜੇ ਚੋਂ ਨਿਕਲ ਜਾਵੇਗੀ। ਸਾਬਣ ਲਾਇਆ, ਕੱਪੜਾ ਨਿਖਰ ਜਾਂਦਾ ਹੈ। ਬਾਣੀ ਦਾ ਅਭਿਆਸ ਕੀਤਿਆਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੀ ਮੈਲ ਉੱਡ ਜਾਂਦੀ ਹੈ। ਜਿਵੇਂ ਕੱਪੜੇ ਦੇ ਸਾਫ਼ ਹੋਇਆਂ ਉਹ ਸੁੰਦਰ ਉਜਲ ਨਜ਼ਰੀ ਆਉਂਦਾ ਹੈ, ਬਾਣੀ ਦੇ ਅਭਿਆਸ ਤੋਂ ਬਾਅਦ ਮਨ ਨਿਰਮਲ ਹੋਵੇਗਾ, ਉਜਲ ਹੋਵੇਗਾ, ਨਾਮ ਚੋਂ ਰਸ ਆਉਣ ਲੱਗ ਪਵੇਗਾ। ਨਾਮ ਜਪਿਆਂ ਮਨ ਨਿਰਮਲ ਹੁੰਦਾ ਹੈ, ਆਨੰਦ ਆਉਣ ਲੱਗ ਪੈਂਦਾ ਹੈ, ਰਸ ਪ੍ਰਾਪਤ ਹੋਣ ਲੱਗ ਪੈਂਦਾ ਹੈ।
फिर ऐसी अवस्था बन जाती है जिवें मच्छी पानी बिना नहीं रहिंदी, इंसान पानी बिना रह नहीं पावेगा। महाराज कहते ने ज्यों मछली बिन पानी है, रहे ना कितै उपाए, त्यों हर बिन संत ना जीवई, बिन हर नामै मर जाए। एक वो लोक ने जिन्हों नाम चों रस नहीं आउंदा, क्योंकि मैल बड़ी है, जन्मां जन्मंतरां दे कीते हुए पाप चिंबड़े ने मन नूं। जिवें जिवें नाम का अभ्यास करते गए इन्ना रस आउण लग पिया, फिर जिवें मच्छी पानी बिना कोई बदल नहीं चाहती, रह नहीं सकती, नाम तो बिना इंसान होर किधरों भी फिर रस नहीं लैंदा। नाम का ही उसनूं रस है, वो जी नहीं सकता नाम बिना। कहते हिरदै जप परमानंद, मन माहे भए आनंद। परमात्मा दे गीत गाउंदियां गाउंदियां मन निखरेगा, फिर आनंद ही आनंद है, खुशी ही खुशी है। फिर कंडियां दी सेज भी मखमली जापन लग पैंदी है। कुली विच रहन वसेबा होवे ते महल नालों वध के आनंद प्राप्त हो जाता है। जिहदे कोल नाम नहीं, वो महिलां विच रहिंदे भी डिप्रैस्ड ने, वो महिला विच रहिंदे भी रोगी ने, सोगी ने। नाम जपण वाला सदा ही आनंद माणदा है। अगे गुरु रामदास सच्चे पातशाह हुक्म करदे ने, वड भागी हर पाया पूरन परमानंद। नाम जपदियां जपदियां अभ्यास बाणी दा करदियां करदियां आवाज दिंदियां दिंदियां परमेश्वर एक दिन आवाज सुन के मिल पैंदा है। और बड़े वड्डे भाग ने उन्हां दे जिन्हां नूं परमात्मा मिल गया, जिन्हां नूं फिर परमेश्वर मिलदा है। कहंदे वो परम आनंद पाउंदे ने, वो बड़े खुश नसीब ने, महान आनंद पाउंदे ने, आत्म आनंद पाउंदे ने, ब्रह्मानंद पाउंदे ने। करतार दा परम ईश्वर दा उन्हां नूं अनुभव हो जाता है। महान सुख की प्राप्ति हुंदी है, जो संसार विचों नहीं मिलता, जो माया चों नहीं मिलता, जो परिवार विचों नहीं मिलता। पर बड़ी औखी मंजिल है, अभ्यास करना पैंदा है, चौंकड़ा लाउणा पैंदा है, मुशक्कत कालनी पैंदी है। एक शायर नाम है उहदा जिगर मुरादाबादी, उहदे बोल ने नहीं आसान, नहीं आसान नमाज़े इश्क का अदा करना, झुकेगा एक दिल मुश्किल से हजारों सर जो खम होंगे। कहंदा सिर ते हज़ारां ही खम हुंदे ने, झुकदे ने, दिल एक अद्धा ही झुकदा है। शरीर सब झुकदे ने, मन एक अद्धा ही झुकदा है। चौंकड़ा ला के सारे ही बहिंदे ने, मन एक अद्धे दा ही आनंद लैंदा है, जुड़दा एक अद्धा ही है। वो वड्डियां भागां वाला जिहड़ा जुड़ गया, जिन्हों परम आनंद प्राप्त होया। हर की भगत मुक्त आनंद, गुरमत पाए परमा नंद। जिहड़ा गुरु दी शरण लैके प्रभु दी भगती करेगा, परम आनंद पावेगा, उन्होंने महान रस प्राप्त होवेगा। उहदी सदा ही जय जयकार है। अगे महाराज गुरु रामदास हुक्म करते ने, जन नानक नाम सलाहिया, बहुड़ ना मन तन भंग। गुरु साहिब कहते ने, हे जनो, परमात्मा दे प्यारिओ सतपुरुषो, नाम जदों सलाउंदे हो, परमात्मा दे गीत जदों गाउंदे हो, उस्तति करदे हो, तारीफ करदे हो, कर्म नाम उहदे ते आउंदे हो, कहंदे उहदा ये महान फल मिलदा है। फिर मन ते तन कदे भंग नहीं हुंदा।
ਮਨ ਤੇ ਤਨ ਪਰਮ ਈਸ਼ਵਰ ਕੋਲੋਂ ਦੂਰ ਨਹੀਂ ਹੁੰਦਾ। ਤੁਹਾਡੇ ਤੇ ਪਰਮਾਤਮਾ ਦੇ ਦਰਮਿਆਨ ਫਿਰ ਵਿਛ ਨਹੀਂ ਪੈਂਦੀ। ਤੁਹਾਡੇ ਤੇ ਪਰਮਾਤਮਾ ਦੇ ਦਰਮਿਆਨ ਕੋਈ ਵਿਘਨ ਨਹੀਂ ਰਹਿੰਦਾ। ਤੁਸੀਂ ਪਰਮਾਤਮਾ ਵਿੱਚ ਇੱਕਮਿਕ ਹੋ ਜਾਂਦੇ ਹੋ। ਕਦੇ ਵੀ ਤੁਹਾਡੀ ਸੁਰਤ ਪਰਮਾਤਮਾ ਤੋਂ ਵਿਛੜਦੀ ਨਹੀਂ ਹੈ। ਸੋ ਇੱਥੇ ਜਿਹੜਾ ਭੰਗ ਲਫ਼ਜ਼ ਵਰਤਿਆ ਹੈ, ਇਹਦੇ ਹੋਰ ਵੀ ਕਈ ਅਰਥ ਨੇ। ਭੰਗ ਦਾ ਮਤਲਬ ਹਾਰ ਵੀ ਹੈ, ਸ਼ਿਕਸਤ ਵੀ ਹੈ। ਕਈ ਵਾਰ ਆਪਾਂ ਨਾਮ ਜਪਦੇ ਆਂ, ਹਾਰ ਕੇ ਬਹਿ ਜਾਂਦੇ ਆਂ, ਪਰਮਾਤਮਾ ਨਹੀਂ ਮਿਲਦਾ। ਗੁਰੂ ਦੀ ਕਿਰਪਾ ਹੋ ਜਾਵੇ, ਪਰਮੇਸ਼ਵਰ ਮਿਲ ਜਾਂਦਾ ਹੈ। ਫਿਰ ਕਦੇ ਸ਼ਿਕਸਤ ਨਹੀਂ ਆਉਂਦੀ। ਫਿਰ ਕਦੇ ਇਹ ਜਿਹੜਾ ਰਿਸ਼ਤਾ ਹੈ ਪਰਮਾਤਮਾ ਨਾਲ ਸਾਡਾ ਬਣਿਆ, ਇਹ ਟੁੱਟਦਾ ਨਹੀਂ ਹੈ। ਭੰਗ ਦਾ ਦੂਸਰਾ ਭਾਵ ਹੈ ਡਰ, ਭੈ। ਜਿਹੜੇ ਪਰਮਾਤਮਾ ਨੂੰ ਧਿਆਉਂਦੇ ਨੇ ਉਹਨਾਂ ਨੂੰ ਕਿਸੇ ਦਾ ਡਰ ਨਹੀਂ ਰਹਿੰਦਾ। ਉਹ ਮੌਤ ਤੋਂ ਵੀ ਨਹੀਂ ਡਰਦੇ, ਉਹ ਵਿਕਾਰਾਂ ਤੋਂ, ਰੋਗਾਂ ਸੋਗਾਂ ਤੋਂ ਨਹੀਂ ਡਰਦੇ। ਹਰ ਨਾਮ ਭਗਤ ਸਿਉ ਲਾਗਾ ਰੰਗ, ਕਹੋ ਨਾਨਕ ਤਿਸ ਜਨ ਨਹੀਂ ਭੰਗ। ਜਿਹੜਾ ਨਾਮ ਨਾਲ ਜੁੜ ਗਿਆ ਉਹਦੇ ਫਿਰ ਜੀਵਨ ਵਿੱਚ ਖੌਫ ਨਹੀਂ ਰਹਿੰਦਾ, ਕਿਉਂਕਿ ਨਿਰਭਉ ਦਾ ਨਾਮ ਜਪੋਗੇ ਤੇ ਨਿਰਭਉ ਹੋ ਜਾਓਗੇ। ਗਿੱਦੜਾਂ ਦੀ ਸ਼ਰਨ ਰਹਿਣ ਵਾਲੇ ਗਿੱਦੜ ਹੀ ਰਹਿ ਜਾਂਦੇ ਨੇ। ਸ਼ੇਰਾਂ ਦੀ ਸ਼ਰਨ, ਜਿਹੜੇ ਸਿੰਹ ਦੀ ਸ਼ਰਨ ਆਉਂਦੇ ਨੇ, ਸ਼ੇਰ ਹੋ ਨਿਬੜਦੇ ਨੇ। ਭੰਗ ਦਾ ਤੀਸਰਾ ਮਤਲਬ ਹੈ ਅੜਚਨ, ਦੁੱਖ, ਵਿਘਨ। ਕਈ ਵਾਰ ਅਸੀਂ ਕੋਈ ਵੀ ਕਰਮ ਕਰਨ ਲਈ ਚੱਲਦੇ ਆਂ, ਅੜਚਨਾਂ ਪੈ ਜਾਂਦੀਆਂ ਨੇ, ਵਿਘਨ ਪੈਦਾ ਹੋ ਜਾਂਦੇ ਨੇ, ਜੀਵਨ ਵਿੱਚ ਕਈ ਦੁੱਖ ਤਕਲੀਫਾਂ ਆ ਜਾਂਦੇ ਨੇ। ਮਹਾਰਾਜ ਦਾ ਨਾਮ ਜਪੋਗੇ ਤੇ ਵਿਘਨ ਖਤਮ ਹੋ ਜਾਣਗੇ, ਜੀਵਨ ਵਿੱਚ ਕੋਈ ਅੜਚਨ ਨਹੀਂ ਰਵੇਗੀ। ਇੱਕ ਬਾਣੀ ਦੇ ਵਿੱਚ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਬੜਾ ਸੁੰਦਰ ਫੁਰਮਾਨ ਦਿੱਤਾ ਹੈ। ਇੱਕ ਛੱਪੜ ਦੇ ਕੋਲ ਦੀ ਮਹਾਰਾਜ ਲੰਘੇ, ਉਹ ਬੜਾ ਹਰਿਆ ਭਰਿਆ ਸੀ। ਉਹਦੇ ਵਿੱਚ ਬੜੇ ਕਮਲ ਦੇ ਫੁੱਲ ਖਿੜੇ ਹੋਏ ਸਨ। ਕੰਚਨ ਵਰਗਾ ਰੰਗ ਹੈ ਕਮਲ ਦੇ ਫੁੱਲਾਂ ਦਾ, ਚਮਕ ਹੈ ਫੁੱਲਾਂ ਦੀ, ਬੜੇ ਭੌਰੇ ਮੰਡਰਾਉਂਦੇ ਸਨ। ਬੜੀ ਹਰਿਆਵਲ ਸੀ ਛੱਪੜ ਦੇ ਇਰਦ ਗਿਰਦ। ਕੁਝ ਸਮਾਂ ਬਾਅਦ ਮਹਾਰਾਜ ਉਸੇ ਛੱਪੜ ਦੇ ਕੰਢਿਓਂ ਲੰਘੇ, ਰੌਣਕ ਨਹੀਂ ਦਿਖੀ। ਪਾਣੀ ਹੈ ਨਹੀਂ ਸੀ, ਮਿੱਟੀ ਕਾਲੀ ਪੈ ਗਈ, ਛੱਪੜ ਦੀ ਸੁੱਕਾ ਪਿਆ ਹੈ, ਕਮਲ ਦੇ ਫੁੱਲ ਮੁਰਝਾਏ ਪਏ ਨੇ, ਭੌਰਿਆਂ ਦੀ ਉੱਥੇ ਰੌਣਕ ਨਹੀਂ ਹੈ, ਕੋਈ ਹਰਿਆਵਲ ਨਹੀਂ ਹੈ। ਹੁਣ ਮਹਾਰਾਜ ਸਾਨੂੰ ਸਮਝਾਉਣ ਦੇ ਲਈ ਇਹ ਬਚਨ ਪ੍ਰਗਟ ਕਰਦੇ ਨੇ, ਪੱਬਰ ਤੂੰ ਹਰਿਆਵਲਾ, ਕਵਲਾ ਕੰਚਨ ਵੰਨ। ਜਿਹੜਾ ਪੱਬਰ ਲਫ਼ਜ਼ ਹੈ ਇਹ ਛੱਪੜ ਲਈ ਵੀ ਆਉਂਦਾ ਹੈ, ਕੌਲਾਂ ਵਾਲੀ ਢਾਬ ਨੂੰ ਕਹਿ ਦਿੰਦੇ ਨੇ। ਪੱਬਰ ਲਫ਼ਜ਼ ਅਤੀ ਉੱਤਮ, ਸ਼੍ਰੇਸ਼ਟ ਕਮਲ ਫੁੱਲ ਲਈ ਵੀ ਆਉਂਦਾ ਹੈ। ਮਹਾਰਾਜ ਆਖਣ ਲੱਗੇ, ਐ ਛੱਪੜ ਤੂੰ ਹਰਿਆ ਭਰਿਆ ਸੀ, ਐ ਕਮਲ ਦੇ ਫੁੱਲ, ਤੇਰੀਆਂ ਪੰਖੜੀਆਂ ਕੰਚਨ ਵਰਗੀਆਂ ਸੁੰਦਰ ਸਨ, ਬੜੀ ਰੌਣਕ ਸੀ, ਬੜੇ ਭੌਰੇ ਖੁਸ਼ਬੋਈ ਲੈਣ ਲਈ ਤੇਰੇ ਪਾਸ ਮੰਡਰਾਉਂਦੇ ਸਨ। ਅੱਗੇ ਆਖਣ ਲੱਗੇ ਮਹਾਰਾਜ, ਕੈ ਦੋਖੜੈ ਸੜਿਓ ਹੈ, ਕਾਲੀ ਹੋਈਆ ਦੇਹੁਰੀ, ਨਾਨਕ ਮੈਂ ਤਨ ਭੰਗ। ਮੈਨੂੰ ਇਹ ਦੱਸ, ਐ ਛੱਪੜ ਕਿਸ ਦੁੱਖ ਕਰਕੇ ਤੂੰ ਸੜਿਆ ਪਿਆ ਹੈ? ਤੇਰੀ ਦੇਹੁਰੀ, ਤੇਰਾ ਸਰੀਰ, ਇਹ ਮਿੱਟੀ ਕਾਲੀ ਪੈ ਗਈ। ਐ ਕਮਲ ਦੇ ਫੁੱਲ, ਤੇਰੀਆਂ ਪੰਖੜੀਆਂ ਕਾਲੀਆਂ ਪੈ ਗਈਆਂ, ਮੁਰਝਾ ਗਈਆਂ। ਕੀ ਕਾਰਨ ਬਣਿਆ ਹੈ? ਤੇ ਅੱਗੋਂ ਕਮਲ ਦਾ ਫੁੱਲ ਜਵਾਬ ਦਿੰਦਾ ਹੈ, ਛੱਪੜੀ ਜਵਾਬ ਦਿੰਦੀ ਹੈ, ਨਾਨਕ ਮੈਂ ਤਨ ਭੰਗ, ਮੇਰਾ ਤਨ ਭੰਗ ਹੋ ਗਿਆ, ਮੇਰਾ ਸਰੀਰ ਸੜ ਗਿਆ, ਵਿਘਨ ਪੈਦਾ ਹੋ ਗਏ, ਜਿਹਦੇ ਕਰਕੇ ਕਮਲ ਦਾ ਫੁੱਲ ਮੁਰਝਾ ਗਿਆ। ਮਹਾਰਾਜ ਕਹਿੰਦੇ ਕਾਰਨ ਕੀ ਹੈ?
आप ही महाराज कमल दे फुल वालों छप्पड़ वालों इस क्वेश्चन का जवाब दिंदे ने, जाना पानी ना लहा जय सेती मेरा संग। जवाब मिलिया जी मैनू पानी दी टोट वज गई। पानी जिवें जिवें मेथों दूर होया मेरा तन भंग हो गया। कमल दा फुल पानी तो बिना सुक गया, छपड़ी पानी तो बिना सुक गई, मिट्टी काली पै गई। मैनू समझ पै गई भी पानी तो बिना हरियावल नहीं रह सकती, पानी तो बिना खेड़ा नहीं रह सकता, पानी तो बिना मैं सुरजीत नहीं रह सकता। जित डिठै तन पर फुड़ै चढ़ै चवगण वन। पानी प्राप्त सी ते मैं 4 गुणा वध चमक रखदा सी। चाहे कमल दा फुल है चाहे छपड़ी है, हरी भरी रहिंदी सी। पानी नहीं ते खुरा खोज मिट गया। हुण इस गल नूं अंतरीव तौर ते समझण दा यतन करियो। ये जेड़ा इंसान है, ये जदों परम ईश्वर दे गीत गाउंदा है, ये खिड़िया रहिंदा है। सत संतोख दया धर्म खिमा आदक इहदे कोल महान गुण हुंदे ने। ते जदों परम ईश्वर दा नाम ध्याउणा छड्ड दिंदा है, परमात्मा दे गीत गाउणे छड्ड दिंदा है, इनू काम क्रोध लोभ मोह हंकार दी कालख चुंबड़ जाती है। इहदा अध्यात्मक जीवन सड़ सुक जाता है ते मनमुख बंदे पास फिर रौनकां भी सदी भी नहीं रहिंदियां। जिन्हां फुल्लां विच खुशबोई ना होवे उत्थे भौरे नहीं मंडराउंदे। महापुरुषां कोल वेखो संगतां दा हड़ आया रहिंदा है। मनमुख बंदे कोलों, डिप्रैस्ड बंदे कोलों, साकत बंदे कोलों लोग दूरी बनाउंदे ने भी इहदी संगत कीती ते मुरझा जावांगे, डुब जावांगे। खिड़िया दी संगत करदे ने। चढ़दे सूरज नूं सलाम हुंदी है, ढुकदे सूरज नूं इत्थे कोई पुछदा नहीं है। सो जेड़ा परमेश्वर दे गीत गाउंदा है उहदा तन भंग नहीं हुंदा, उहदा मन भंग नहीं हुंदा, उहदे तन नूं रोग नहीं सताउंदे, हरिया भरिया रहिंदा है। उहदे मन नूं काम क्रोध लोभ मोह हंकार नहीं सताउंदे। उत्थे ते फिर 4 गुणा वध के जय जयकार हुंदी है, खिड़ाव रहिंदा है, शुभ गुणा दे सहत तो खिड़िया रहिंदा है। सो महाराज कहंदे ने, हर नाम जपत कब परै ना भंग। नाम जपण वाले सदा ही खिड़े रहिंदे ने, उन्हां दा जीवन हरिया भरिया रहिंदा है। वो शुभ गुणा दे सहत रहिंदे ने, तन भी प्रफुल्लित रहिंदा है, नाम ही रोग सोग मिटाउंदा है। चौथा अर्थ भंग दा है विछोड़ा, फर्क, भेद। बाणी कहती है, हिरदै नाम नाही मन भंग। अन दिन नाल प्यारे संग, जेड़े दिन रात परमेश्वर दा संग करन, गीत गाउण, उन्हां दे अते परमात्मा दे दरमियान भंग भाव विछोड़ा नहीं आउंदा। वो एकमिक हो जाते ने, परमेश्वर दा रूप हो जाते ने। अगले पंक्ति विच दीन दुनिया दे मालक गुरु रामदास हुक्म करते ने, मूह प्रिया सो नेहो क्यों सज्जन मिल है प्यारिया। एक जग्यासू जो परम ईश्वर दी प्राप्ति चाहुंदा है, वो बेनतियां करदा है। मूह तो भाव है मेरा, फिर पति परमेश्वर दे नाल बड़ा प्यार है, भरते दे नाल बड़ा प्यार है, मैनू परमात्मा बड़ा प्यारा है। मैं उहदे नाल नेह करदा हां, मुहब्बत करदा हां, स्नेह करदा हां। क्यों सज्जन मिल है प्यारिया, मैनू वो परमात्मा किवें मिलेगा। दूसरा भाव है, मैनू ऐसे संत सज्जन किवें मिलणगे जिहड़े परमात्मा नाल मिला देण।
ਮੈਨੂੰ ਸੱਚੇ ਸਤਿਗੁਰੂ किस तरह मिल सकते ने जो परम ईश्वर विच मैनू अभेद कर देण, मैं परमात्मा नाल इकमिक हो जावा। क्योंकि इस जीवन दी मंजिल परमेश्वर दी प्राप्ति है, वो मंजिल ते किवें पहुंचा, किस तरह मैनू उसकी प्राप्ति होवे। जिवें बाणी चाहुंदा ना, पिर परदेसी जे थिया धन वाढी चूरे, ज्यों जल थोड़े मछली करण पलाव करे। जिवें किसे औरत दा पति होवे दूर, वो झूरदी रहिंदी है, उन्हों अंदरे अंदर चिंता खांदी है, खुशियां खेड़े उहदे जीवन विच नहीं रहिंदे। वो जतन करदी है पति परमेश्वर मैनू मिल जावे। जिवें पानी तो बिना मछली तड़फड़ाउंदी है, इसे प्रकार दे नाल ही जग्यासू रूप इस्त्री तड़फड़ाउंदी है भी मैनू पति परमेश्वर किवें मिलेगा। फिर वो तरले लैंदी है साधुआं संतां दे जग्यासू इस्त्री, फिर वो दुहागण सुहागणा दे तरले लैंदी है जिन्हां दे सिर ते खसम मौजूद है भी किन्ना गुणा करके पति परमेश्वर मैनू मिले। आवहो मिलहो सहेली हो, मैं पिर देहो मिलाए, मैनू परमात्मा मिला दिओ, परमेश्वर मिला दिओ, मैनू वो गुण सिखा दिओ जिन्ना करके परमात्मा पति मिलता है। अगे महाराज बचन करते ने, हाउ टूंढेंदी तिन सज्जन सच सवारिया, जेड़े सज्जन सच नाम दा अभ्यास करके संवर गए, जिन्हां दे विकार अवगण मिट गए, जिन्हां नूं परमात्मा ने अपने नाम नाल सवार दिता है, श्रृंगार दिता है, शोभनीक कीता है। मैं ऐसे सच दे सवारे हुए सज्जणा संतां नूं खोज रही हाँ, ढूंढ रही हाँ। मैं ऐसे महापुरुषां दी तलाश विच हाँ जो सज्जन ने, श्रेष्ठ पुरुष नूं सज्जन किया जाता है, जो भले आदमी ने, जो शरीफ ने, जो प्यार नूं निभाउण वाले ने, जो परम ईश्वर तक पहुंचे हुए ने, जो सत्य स्वरूप नूं प्राप्त कर चुके ने। जिवें बाणी चाहुंदा ना, हौं ढूंढेंदी दर्शन कारण बीछी बीछी पेखा, मैं परमात्मा दे दर्शन प्राप्त करन दे लई, बीछी बीछी तो भाव है गलियां दे विच दौड़ी फिरदी हाँ, 84 लाख जूना विच दौड़ी फिरदी हाँ। मैं सर्ब शास्त्रां नूं, धार्मिक ग्रंथां नूं खोज रही हाँ, ये जग्यासू रूप इस्त्री कहंदी है। मैं महापुरुषां नूं ढूंढ रही हाँ। एक जगह बाबा फरीद जी ने हुक्म कीता है, फरीदा गली सो सज्जन वीही, एक ढूंढेंदी ना लहा तुखां ज्यों माली ही, कारण तिन्ना मां पिरी। कहंदे मैं परमात्मा दी प्राप्ति लई खोज लभ रहा हाँ, पर सज्जा ओ परम ईश्वर जो सब नूं सजाउण वाला है, सच स्वरूप है, वो मैनू मिल नहीं रहा। मैं मित्र लभे, सतपुरुषां दी खोज कीती भी मैनू कोई परमात्मा नाल, खुदा नाल मिलाउण वाला मिल पवे, पर इदां दे मित्र मिल नहीं रहे। होर गल्लां बातां करन वाले बड़े मैनू सज्जन मिले ने, गल्लां नाल मन रिझाउण वाले बथेरे मिल पैंदे ने, बड़े चतुर्बकता मिल पैंदे ने, बड़े वाकशल प्रगट करन वाले जिन्हां कोल बड़ा शब्द जाल है, ऐसे चंचल लोग मिल पैंदे ने। असल प्राप्ति वाला कोई महापुरुष नहीं मिल रहा, वो बड़ा औखा मिलदा है। मैं इसलिए प्राप्ति साधु दी चाहुंदा हाँ, मैनू परमात्मा दी प्राप्ति दी इच्छा है, मेरा जीवन सफला होवे, साधु संत मिलणगे ते जांच आवेगी परमात्मा किस तरह पाउणा है। मैं माली दे वांगू सड़ पुज रहा हाँ,
गोहा हुंदा ना, डंगर जो विष्टा करते ने, गोहे दियां पाथियां माइयां पथ लैंदियां ने बालन दे लई। तो जिवें गोहे दी पाथी जिहड़ी है धुखदी रहिंदी है, इउं मेरा मन धुखदा रहिंदा है, सड़दा रहिंदा है। इनू चैन नहीं आ रहा परमात्मा दी प्राप्ति तो बिना। प्राप्ति हो जावे, मैं सज्जन संत दी खोज विच हां। गल्लां वड्डण वाले बड़े मिल रहे ने, पूरा महापुरुष पहुंचिया होया नहीं मिल रहा। हर सज्जन मेल प्यारे, मिल पंथ दा साई, जो हर दसे मित, तिस कौ बल जाई, तिस हौ बल जाई। महाराज कहंदे ने, मैनू ऐसा सज्जन संत मिल पवे जिहड़ा मैनू रस्ता दसे, मैं वारे जावां उहदे तो। आपा वार दवां, तन मन धन वार देवां, जिहड़ा परम ईश्वर दे मिलाप दा रस्ता मैनू दस दवे, जो सच दा सवारिया होवे। अगे महाराज गुरु रामदास कहंदे ने, सतगुर मैंडा मित है, जे मिले ता इहो मन वारिया। साधुआं संतां दी संगत होवे, जिन्हां दी संगत तो बाद सच्चे सतगुरु मिल पैण, जो असल विच साडे मित्र ने, रोगां सोगां दुख तकलीफां विच जो बाह नहीं छड्डदे। ऐसे सच्चे सतगुरु जो श्रेष्ठ ने, जो सत्य ने, जो तिन्ना कालां विच ने, मन वचन कर्म जिन्हां दा सब सत्य है, वो मिलन, उन्हां दी प्राप्ति होवे, तो मैं उन्हां तो मन भी वार दवां। पर मन वारन दे नाल नाल तन भी वार दवां, धन भी वार दवां। मन वारना की है? अपनी मत छड्ड के गुरु दी मत ते चल पवां। ये मन दी मत वार दवां, निशावर कर दवां सब कुछ गुरु तो। मैनू वो सच्चा सतगुरु मिल पवे जो साडा परम मित्र है, उन्हां तो मैं अपना आप कुर्बान कर दवां। सतगुर विटहो वारिया, जिन दिता सच्चा नाओ, अन दिन सच सालाहना, सच्चे के गुण गाओ। सास गिरास न विसरै, सफल मूरत गुर आप, गुर जेवड अवर न दिसई। आठ पहर तिस जाप, नदर करे ता पाईऐ, सच नाम गुणतास। क्यों वारना है आपा सच्चे सतगुरु तो? क्योंकि ओदी बख्शिश नाल ही नाम मिलेगा। जदों नाम प्राप्त हो गया, नाम दे अभ्यास नाल परम ईश्वर मिलेगा। जदों परम ईश्वर मिल गया, फिर नजात मिलेगी, मुक्ति मिलेगी। 84 लाख जूना दे बंधन कटे जाणगे, रोग सोग साडे मिट जाणगे। सतगुर विटहो वारिया, जित मिलिया खसम संभालिया। सतगुर है बोहे था, विरला किने विचारिया। कर कृपा पार उतारिया, क्योंकि गुरु ही वो जहाज है जो संसार सागर तो, दुखां दे इस सरोवर तो पार ले जांदा है। सो सच्चा सतगुरु मिल पवे जी, जो सानू भव सागर तो तार दवे। अगे गुरु रामदास पातशाह जग्यासू दे अंदर दा बिरतांत प्रगट करदे होए कहंदे ने, देंदा मूपुर दस हर सज्जन सिरजन हारिया। सच्चे सतगुरु ही मैनू मेरे पिर दे नाल, पति दे नाल मिला सकते ने। इस करके मैं खोज लभ रहा हाँ। वो सच्चा पति कौन है? जो सिरजनहार है, जो सृष्टि नू बनाउण वाला है। हु इज द क्रिएटर, जो दुनिया दी रचना करन वाला है। महाराज मैनू ऐसे सच्चे सतगुरु मिल पैण,
ਜਿਨ੍ਹਾਂ ਦੀ ਬਖਸ਼ਿਸ਼ ਦੇ ਨਾਲ ਮੈਨੂੰ ਪਰਮ ਈਸ਼ਵਰ ਸਿਰਜਣਹਾਰ ਰਚਨਾ ਕਰਨ ਵਾਲਾ ਪਰਮਾਤਮਾ ਮਿਲ ਜਾਵੇ। ਗੁਰਾਂ ਤੋਂ ਬਿਨਾ ਪਰਮਾਤਮਾ ਨਹੀਂ ਮਿਲਦਾ। ਲੱਖ ਤੁਸੀਂ ਯਤਨ ਕਰ ਲਓ, ਬਿਨ ਸਤਿਗੁਰ ਕਿਨੈ ਨਾ ਪਾਇਓ। ਕਰ ਵੇਖੋ ਮਨ ਵਿਚਾਰ, ਆਪਣੇ ਮਨ ਅੰਦਰ ਵਿਚਾਰ ਕਰਕੇ ਵੇਖ ਲਓ। ਜਿਤਨੇ ਵੀ ਦੁਨੀਆ ਦੇ ਉੱਤੇ ਪਰਮੇਸ਼ਵਰ ਦੀ ਪ੍ਰਾਪਤੀ ਵਾਲੇ ਨੇ, ਗੁਰੂ ਦੀ ਕਿਰਪਾ ਤੋਂ ਬਿਨਾ, ਸਤਿਗੁਰੂ ਦੀ ਬਖਸ਼ਿਸ਼ ਤੋਂ ਬਿਨਾ ਪਰਮਾਤਮਾ ਨਹੀਂ ਪਾਇਆ। ਕਬੀਰ ਜੀ ਮਹਾਰਾਜ ਨੂੰ ਵੇਖੋ, ਜਿੰਨਾ ਚਿਰ ਗੁਰੂ ਨਹੀਂ ਧਾਰਿਆ ਖੇਡ ਨਹੀਂ ਬਣੀ। ਜਿੰਨਾ ਚਿਰ ਬਾਬਾ ਰਵਿਦਾਸ ਜੀ ਹੁਣਾਂ ਨੇ ਗੁਰੂ ਨਹੀਂ ਧਾਰਿਆ, ਭਗਤੀ ਪ੍ਰਵਾਨ ਨਹੀਂ ਚੜੀ। ਸੋ ਪ੍ਰਾਪਤੀ ਪਰਮਾਤਮਾ ਦੀ ਗੁਰੂ ਦੀ ਸ਼ਰਨ ਜਾਣ ਤੋਂ ਬਾਅਦ ਹੁੰਦੀ ਹੈ। ਬੜੀ ਸੁੰਦਰ ਉਦਾਹਰਣ ਦਿੱਤੀ ਹੈ ਬਾਬਾ ਕਬੀਰ ਜੀ ਮਹਾਰਾਜ ਨੇ। ਕਹਿੰਦੇ ਜੈਸੇ ਮਾਤ ਪਿਤਾ ਬਿਨ ਬਾਲ ਨਾ ਹੋਈ, ਬਿੰਬ ਬਿਨਾ ਕੈਸੇ ਕਪੜੇ ਧੋਈ। ਮਾਤਾ ਦੇ ਪਿਤਾ ਦੇ ਸੰਜੋਗ ਤੋਂ ਬਿਨਾ ਬੱਚਾ ਨਹੀਂ ਪੈਦਾ ਹੁੰਦਾ। ਬਿਨਾ ਜਲ ਤੋਂ ਕੱਪੜੇ ਨਹੀਂ ਧੋਏ ਜਾ ਸਕਦੇ। ਘੋਰ ਬਿਨਾ ਕੈਸੇ ਅਸਵਾਰ, ਸਾਧੂ ਬਿਨ ਨਾਹੀ ਦਰਬਾਰ। ਜਿਵੇਂ ਘੋੜਾ ਨਾ ਹੋਵੇ ਤੇ ਸਵਾਰ ਕਿਵੇਂ ਕੋਈ ਬਣ ਜਾਵੇ, ਇਸੇ ਤਰ੍ਹਾਂ ਗੁਰੂ ਤੋਂ, ਸਤਿਗੁਰੂ ਤੋਂ ਬਿਨਾ ਦਰਬਾਰ ਦੀ ਪ੍ਰਾਪਤੀ ਨਹੀਂ ਹੈ, ਪਰਮੇਸ਼ਵਰ ਦੀ ਪ੍ਰਾਪਤੀ ਨਹੀਂ ਹੈ। ਕਹੈ ਕਬੀਰ ਏਕੈ ਕਰ ਕਰਨਾ, ਗੁਰਮੁਖ ਹੋਏ ਬਹੁਰ ਨਹੀਂ ਮਰਨਾ। ਗੁਰੂ ਵੱਲ ਮੁਖ ਕਰਨਾ ਪਵੇਗਾ, ਫਿਰ ਪਰਮਾਤਮਾ ਵਿੱਚ ਮਿਲਾਂਗੇ, ਮੁਕਤੀ ਮਿਲੇਗੀ, ਜੰਮਣ ਮਰਨ ਮਿਟ ਜਾਵੇਗਾ। ਇਹੀ ਕਰ ਜੇ ਕਰ ਸਕਦਾ ਹੈ, ਜੇ ਮੁਕਤੀ ਚਾਹੁੰਦਾ ਹੈ। ਸੋ ਸੱਚੇ ਸਤਿਗੁਰੂ ਦੀ ਖੋਜ ਇਸ ਲਈ ਕਰਦੇ ਨੇ, ਮੈਂਡਾ ਸਾਈਂ ਉਹ ਮਿਲਾ ਦੇਣ, ਪਰਮ ਈਸ਼ਵਰ ਉਹ ਮਿਲਾ ਸਕਦੇ ਨੇ, ਹੋਰ ਕੋਈ ਮਿਲਾ ਨਹੀਂ ਸਕਦਾ। ਇਸ ਕਰਕੇ ਜਗਿਆਸੂ ਸਤਿਗੁਰਾਂ ਦੀ ਖੋਜ ਕਰਦੇ ਨੇ। ਅੱਗੇ ਮਹਾਰਾਜ ਗੁਰੂ ਰਾਮਦਾਸ ਕਹਿੰਦੇ ਨੇ, ਨਾਨਕ ਹਉ ਪਿਰ ਭਾਲੀ ਆਪਣਾ, ਸਤਿਗੁਰ ਨਾਲ ਦਿਖਾਲਿਆ। ਸੱਚੇ ਸਤਿਗੁਰੂ ਨੇ ਪਤੀ ਪਰਮੇਸ਼ਰ ਜੋ ਅੱਖਾਂ ਦਾ ਹੀ ਵਿਸ਼ਾ ਨਹੀਂ ਹੈ, ਅਗੋਚਰ ਹੈ, ਦਿਖਦਾ ਨਹੀਂ, ਦਿਖਾ ਦਿੱਤਾ। ਜੋ ਸਾਡਾ ਸਭਨਾ ਦਾ ਖਸਮ ਹੈ, ਜਿਹਨੂੰ ਅਸੀਂ ਢੂੰਡ ਰਹੇ ਸੀ, ਜਿਹਨੂੰ ਲੱਭ ਰਹੇ ਸੀ, ਉਹ ਗੁਰਾਂ ਨੇ ਦਿਖਾ ਦਿੱਤਾ ਹੈ। ਉਹ ਗੁਰੂ ਅਮਰਦਾਸ ਨੇ, ਗੁਰੂ ਨਾਨਕ ਸਾਹਿਬ ਨੇ ਕਿਰਪਾ ਕਰਕੇ ਨਜ਼ਰਾਂ ਦੇ ਸਾਵੇਂ ਪ੍ਰਗਟ ਕਰ ਦਿੱਤਾ ਹੈ। The true Guru has shown me that supreme Lord। ਗੁਰੂ ਦੀ ਬਖਸ਼ਿਸ਼ ਹੋਈ, ਮੈਨੂੰ ਪ੍ਰਮਾਤਮਾ ਦਿਸ ਪਿਆ, ਮੈਨੂੰ ਨਜ਼ਰ ਹੀ ਆ ਗਿਆ। ਸਤਿਗੁਰ ਨਾਲ ਦਿਖਾਲਿਆ ਰਵ ਰਹਿਆ ਸਭ ਥਾਏ। ਅਸੀਂ ਅਗਿਆਨ ਵਿੱਚ ਸੁੱਤੇ ਸੀ, ਦਲਿੱਦਰ ਵਿੱਚ ਸੁੱਤੇ ਸੀ, ਕਾਮ ਕ੍ਰੋਧ ਲੋਭ ਮੋਹ ਹੰਕਾਰ ਵਿੱਚ ਸੁੱਤੇ ਸੀ। ਸਾਨੂੰ ਸੱਚੇ ਸਤਿਗੁਰੂ ਨੇ ਗਿਆਨ ਵਿੱਚ ਉਠਾ ਕੇ ਪਰਮਾਤਮਾ ਨਾਲ ਵਸਦਾ ਹੀ ਦਿਖਾ ਦਿੱਤਾ, ਸਾਡੇ ਅੰਦਰੋਂ ਹੀ ਪ੍ਰਗਟ ਕਰ ਦਿੱਤਾ। ਜਿਵੇਂ ਬਾਣੀ ਚਾਹੁੰਦਾ ਹੈ ਨਾ, ਗੁਰ ਪੂਰਾ ਦਿਖਾਲਿਆ ਨਾਨਕ ਹਰ ਲਿਵ ਲਾਗ। ਨਾਮ ਬਖਸ਼ ਕੇ ਪਰਮਾਤਮਾ ਵਿੱਚ ਲਿਵ ਲਾ ਦਿੱਤੀ ਸਾਡੀ। ਇੱਕ ਦਿਨ ਫਿਰ ਪਰਮਾਤਮਾ ਸਾਨੂੰ ਦਿਖਾਲ ਦਿੱਤਾ ਪੂਰੇ ਸਤਿਗੁਰੂ ਨੇ। ਭਾਈ ਸਾਹਿਬ ਭਾਈ ਨੰਦ ਲਾਲ ਦੀ ਇੱਕ ਗਜ਼ਲ ਹੈ, ਹਰ ਕੁਜ਼ਾ ਦੀ ਦੇਮ ਅਨਵਾਰੇ ਖੁਦਾ, ਬਸ ਕੇ ਅਜ਼ ਸੁਹਬਤ ਬਜ਼ੁਰਗਾਂ ਸ਼ੁੱਧ ਜਜ਼ਬ। ਭਾਈ ਨੰਦ ਲਾਲ ਕਹਿੰਦੇ ਨੇ, ਜਦੋਂ ਤੋਂ ਗੁਰਾਂ ਦੀ ਸੰਗਤ ਹੋਈ, ਮਹਾਪੁਰਸ਼ਾਂ ਦੀ ਸੰਗਤ ਹੋਈ ਹੈ, ਖੁਦਾ ਦਾ ਨੂਰ ਹਰ ਜ਼ਰੇ ਵਿੱਚ ਨਜ਼ਰੀ ਆ ਗਿਆ ਹੈ। ਪਰਮਾਤਮਾ ਸਾਨੂੰ ਹਰ ਜ਼ਰੇ ਚੋਂ ਨਜ਼ਰੀ ਆ ਗਿਆ ਹੈ। ਜਿਵੇਂ ਬਾਣੀ ਕਹਿੰਦੀ ਹੈ ਨਾ, ਗੁਰ ਪੂਰੇ ਹਰ ਨਾਲ ਦਿਖਾਲਿਆ, ਹਉ ਸਤਿਗੁਰ ਵਿਟੋ ਸਦਵਾਰਿਆ ਜੀਓ। ਪੂਰਿਆਂ ਗੁਰਾਂ ਨੇ ਪਰਮਾਤਮਾ ਦਿਖਾਲ ਦਿੱਤਾ। ਵਾਰ ਦਈਏ ਆਪਾਂ ਗੁਰਾਂ ਤੋਂ, ਜਿਨ੍ਹਾਂ ਨੇ ਸਾਨੂੰ ਮੰਜ਼ਲੇ ਮਕਸੂਦ ਤਾਈਂ ਪਹੁੰਚਾ ਦਿੱਤਾ ਹੈ। ਸਫਲ ਮੂਰਤ ਗੁਰਦੇਵ ਸੁਆਮੀ, ਸਰਬ ਕਲਾ ਪਰ ਪੂਰੇ।
नानक गुर पार ब्रह्म परमेश्वर सदा सदा हजूरे। ये समझ लियो, जिन्हां पूरे गुरु नानक नूं वेख लिया उन्हां परमात्मा देख लिया। गुरु परमात्मा का ही स्वरूप है। जिन्हां पूरे गुरु की शरण ग्रहण कर ली, गुरु नानक नानक हर सोए, गुरु नानक ही परम ईश्वर है, परम ईश्वरी गुरु नानक है। किधरे निर्गुण अगोचर स्वरूप जोत है, किधरे सरगुण स्वरूप है। गुरु सफल मूर्त है अकाल पुरख दी। और नाल ही लफ्ज क्या है, सर्ब कला भर पूरे। कई कमले बंदे कह देंगे सिक्खी च करामात नहीं है। औखे जी करामात नहीं हुंदी। गुरु ग्रंथ साहिब ते जगह जगह कहंदे ने करामात हुंदी है। सर्ब कला भरपूर है सच्चा सतगुरु, हर कला दे सहित है साडा गुरु। ही इज overflowing with all the spiritual, miraculous, supernatural powers. गुरु ऐसी महान अवधि का मालक है। करामात डुल डुल पैंदी है। वो ऐसा भांडा है, करामात उछल उछल पैंदी है। तुसी रोज ते बाणी विच पढ़दे हो, बारिज कर दाहिने सिद्ध सन्मुख मुख जोवै, रिद बसै बावांग जो तीन लोक अंतर मोह है। हृदय बसै अकहियो सोए रस तिन ही जातो। महाराज कहंदे गुरु अमरदास सच्चा पातशाह एडी महान बुलंद हस्ती दा मालक है, जेदे सज्जे खब्बे इर्द गिर्द चरना विच करामातां रिद्धियां सिद्धियां झुक के रहिंदियां ने, हथ जोड़ के पुछदियां ने महाराज किस दी झोली भरनी है। ऐसियां बरकतां दा बापू मालक है, ऐसा अजमती है। सो गुरु दे दिदारे परमेश्वर दे दिदारे ने। गुरु ही निर्गुण स्वरूप परमेश्वर दी प्राप्ति करवाउण वाला है। दीन दुनिया दे मालक गुरु रामदास इस पावन बाणी दे विच जग्यासू दे अंदर दी हालत बयान करदे ने। किवें ओ महापुरुषां दी खोज लभदा है, पूरा संत मिल पवे, पूरे सतगुरु दी चरण शरण विच लै जावे ते पूरा सतगुरु परमेश्वर नाल मेल दवे, जो ये जीवन सफला होवे। सो सतपुरुषां दी संगत करया करो, साकतां तो दूर रहा करो। कबीर साकत संग ना कीजिए, दूर जाइए भाग, बासन कारो परसिए तो कश लागै दाग। क्योंकि साकत काले भांडे ने, तैनू विकारां दी कालख लगेगी, उन्हां दी संगत जावेगा। सतो गुणियां दी संगत करया कर, जेड़े महापुरुष तैनू गुरु परमेश्वर नाल जोड़न, जीवन सफला होवे। खंडे दी पौड़ छको, गुरु वाले बनो, सिक्खी सिद्धांतां ते चलो, ये जीवन पदवी प्राप्त होवे, जीवन सफला होवे। पुल चुक दी खिमा दी। वाहिगुरू जी का खालसा, वाहिगुरू जी की फतेह।